ਨੇ ਕਿਹਾ ਮੈਂ ਲਾਦ ਲੈਣੀ ਹੀ ਨਹੀਂ। ਫਿਰ ਮਾਰ ਕੁਟਾਈ ਪੂਰੀ ਰਾਤ ਮਾਰਦਾ ਸੀ, ਖੁਦ ਬੱਚੇ ਜ਼ਾਇਆ ਕਰਦਾ ਸੀ, ਮਾਰ ਕੁਟਾਈ ਕਰਕੇ ਖੁਦ ਅੰਦਰ ਹੱਥ ਪਾ ਕੇ ਜ਼ਾਇਆ ਕਰਦਾ ਸੀ। ਸਾਰੀ ਰਾਤ ਮਾਰਦਾ ਸੀ, ਮੁਰਗਾ ਬਣਾ ਕੇ ਰੱਖਦਾ ਸੀ ਕਿ ਮੇਰੀ ਗੱਲ ਨਹੀਂ ਮੰਨਦੀ, ਮੈਂ ਬੱਚੇ ਨਹੀਂ ਲੈਣਾ ਚਾਹੁੰਦਾ। ਫਿਰ ਉੱਥੇ ਸਾਡੇ ਕੋਲ ਕੈਸਰਾ ਕਲੀਨਿਕ ਹੈਗਾ, ਉਹ ਆਪਣੀ ਬੁੱਢੀ ਨੇ ਪੈਸੇ ਦੇ ਕੇ ਮੈਨੂੰ ਉਹਦੇ ਕੋਲ ਭੇਜਦਾ ਸੀ, ਜਾ ਕੇ ਇਹਦੇ ਬੱਚੇ ਜ਼ਾਇਆ ਕਰਾ ਕੇ ਆ। ਪਹਿਲੇ ਕੋਈ ਸਪੋਰਟ ਨਹੀਂ ਸੀ ਹੈ, ਅੱਬੂ ਮੇਰੇ ਇੰਨੇ ਜੋਗੇ ਹੈ ਨਹੀਂ ਸੀ, ਬੁਜ਼ਦਿਲ ਸਨ। ਅਗਰ ਦਲੇਰ ਹੁੰਦੇ ਤੇ ਉਹਨਾਂ ਦੀ ਧੀ ਨੇ ਇੰਜ ਨਾ ਹੁੰਦਾ। अस्सलाम वालेकुम नाजरीन, मैं हूं आपका मेज़बान अली हमज़ा और आप देख रहे हैं डेली पॉइंट। नाजरीन, आज मेरे साथ मौजूद है नाजिया, जिनकी कहानी बहुत ही अफसरदा और अफसोसनाक है। आपने सुना होगा कि सूद एक लानत है, उसकी सबसे बड़ी मिसाल मेरे साथ आज बैठी हैं। नाजरीन, अगर आपको मैं गिनवाने लगूं कि सूद के इवज इन लोगों को क्या कीमत अदा करनी पड़ी, तो 60,000 के सूद के पीछे 1 करोड़ रुपए का घर दे बैठे, अपनी जवान बेटी लुटा बैठे। कहानी इनकी कुछ इस तरह से है कि 13 साल इस बच्ची की उम्र थी जब एक कोई 60 साल का कोई शकील खोखट नाम का कोई शख्स है, उनसे इन लोगों ने कोई सूद पे कर्जा लिया हुआ था और उसने किस तरह से इनको ब्लैकमेल किया और 13 साल की बच्ची को ज़बरदस्ती मुसलमान करके किस तरह से उसका निकाह किया, किस तरह से उसके बच्चे ज़ाया करता रहा। ये दर्दनाक स्टोरी अपनी बहन से ही पूछेंगे। आइए मेरे साथ। अस्सलाम वालेकुम। वालेकुम सलाम। नाजिया बेटा, मुझे ये बताएं कि ये सारा मामला किस तरह से स्टार्ट हुआ, ये जो शकील खोकर है किस तरह से आपकी लाइफ में आया, आपके वालिद की लाइफ में आया, ये सारा मामला किस तरह से स्टार्ट हुआ, बताइए ज़रा। ਸਰ ਐਮੀ ਅੱਬੂ ਨੇ ਪੈਸੇ ਲਏ ਸਨ ਸੂਦ ਤੇ, ਬਸ ਬਾਈਕ ਲਈ ਸੀ ਇੱਕ, ਤੇ ਕੁਝ ਜ਼ਮਾਨਤਾਂ ਲਿੱਤੀਆਂ ਸੀ ਲੋਕਾਂ ਦੀਆਂ। ਤੇ ਇਹਨੇ ਕਿਹਾ ਜੀ ਸਾਡੇ ਘਰ ਆ ਯਕਦਮ, ਤੇ ਸਵੇਰ ਦਾ ਟਾਈਮ ਸੀ, ਤੇ ਆ ਕੇ ਮੇਰੇ ਨਾਲ ਬਦਤਮੀਜ਼ੀ ਕਰਨਾ ਸ਼ੁਰੂ ਕਰਤੀ। ਮੈਨੂੰ ਕਹਿੰਦਾ ਤੇ ਮੈਨੂੰ ਮਾਮੂ ਨਾਲ ਕਿਹਾ ਕਰ, ਮੇਰੇ ਨਾਲ ਪਿਆਰ ਕਰਿਆ ਕਰ, ਤੇ ਮੈਂ ਤੈਨੂੰ ਪਸੰਦ ਕਰਨਾ, ਤੇਰੇ ਨਾਲ ਨਿਕਾਹ ਕਰਾਉਣਾ ਚਾਹੁੰਦਾ ਵਾਂ। ਮੈਂ ਕਿਹਾ ਮੈਂ ਤੇਰੀ ਇੰਨੀ ਇੱਜ਼ਤ ਕਰਨੀ ਆ, ਤੂੰ ਮੇਰੇ ਪਿਓਵਾਂ ਬਚਾਇਆ, ਤੂੰ ਕਿੱਡੀ ਬਗੈਰਤੀ ਦੀ ਗੱਲ ਕਰਨ ਦਿਆ। ਕਹਿੰਦਾ ਨਹੀਂ, ਅਗਰ ਤੂੰ ਕਿਸੇ ਨੂੰ ਦੱਸਿਆ ਨਾ ਤੇ ਤੈਨੂੰ ਮੈਂ ਮਾਰਾਂਗਾ। ਮੈਂ ਬਦਤਮੀਜ਼ੀ ਕਰਨਾ ਸ਼ੁਰੂ ਕਰਤੀ, ਜ਼ਬਰਦਸਤੀ ਕਰਨੀ ਸ਼ੁਰੂ ਕਰਤੀ। ਮੈਂ ਥੱਲੇ ਤਾਏ ਘਰ ਚਲੀ ਗਈ, ਮੈਂ ਜਾ ਕੇ ਦੱਸਿਆ, ਮੈਂ ਕਿਹਾ ਸ਼ਕੀਲ ਹੈ ਹਰਕਤ ਕਰ ਰਿਹਾ। ਫਿਰ ਰਾਤ ਦੇ ਟਾਈਮ ਕਾਫੀ ਜਦੋਂ ਸਾਰੇ ਜੀ ਜਮ੍ਹਾਂ ਹੋਏ ਤੇ ਉਹਨਾਂ ਨੇ ਪੁੱਛਿਆ ਨੇ ਕਿ ਹਾਂ ਵੀ ਤੂੰ ਇਹ ਗੱਲ ਕੀਤੀ ਹੈ, ਤੇ ਕਹਿੰਦਾ ਨਹੀਂ ਮੇਰੀ ਧੀਆਂ ਬਜਾਏ ਮੈਂ ਇੰਜ ਕਿਉਂ ਕਰਾਂਗਾ। ਮੈਂ ਮੂੰਹ ਦਿੱਤੇ ਕਿਹਾ, ਮੈਂ ਕਿਹਾ ਹਾਂ ਬਗੈਰ ਤੂੰ ਇੰਜ ਕੀਤਾ ਨਹੀਂ, ਤੇ ਕਹਿੰਦਾ ਅੱਗੇ ਤੇ ਨਹੀਂ ਸੀ ਕੀਤਾ, ਹੁਣ ਕਰਕੇ ਦਿਖਾਵਾਂਗਾ। ਮਾਰ ਕੁਟਾਈ ਸ਼ੁਰੂ ਕਰਤੀ, ਤਾਏ ਨੂੰ ਵੀ ਮਾਰਿਆ, ਮੈਨੂੰ ਵੀ ਮਾਰਿਆ। ਉਸ ਤੋਂ ਬਾਅਦ ਇਹਨੇ ਰੋਲਾ ਪਾਤਾ ਨੇ ਕਿ ਅੱਬੀ ਸਾਡਾ ਮਕਾਨ ਵਿਹਲਾ ਕਰੋ, ਇਹ ਜਿਹੜਾ ਮਕਾਨ ਹੈ ਮੈਂ ਇਹਨੂੰ ਲੈਣਾ ਚਾਹੁੰਦਾ ਵਾਂ, ਜਿਹੜੇ ਤੁਸੀਂ ਪੈਸੇ, ਤੁਹਾਡਾ ਬੜੇ ਪੈਸੇ ਬਣ ਗਏ ਨੇ ਤੁਹਾਡੇ, ਜਿਹੜੇ ਤੁਸੀਂ ਮੇਰੇ ਕੋਲ ਲਿੱਤੇ ਨੇ। कितनी रकम थी जिसके एवज वो आपसे मकान खाली कराने का कह रहा था? ਸਰ ਇਹ 30,000 ਰੁਪਇਆ ਬਸ ਵੈਸੇ ਦੇਣਾ ਸੀ ਅਸੀਂ, ਤੇ ਇੱਕ ਬਾਈਕ ਸੀ ਸਾਡੀ, ਜਿਹੜੇ ਸਾਡੇ ਜ਼ਾਤੀ ਪੈਸੇ ਸਨ, ਇਸ ਤੋਂ ਇਲਾਵਾ ਕੁਝ ਨਹੀਂ ਸੀ। रकम कितनी, को 60-70 हज़ार या को 80,000 इसके करीब थी? ਹਾਂਜੀ ਇੰਨੀ ਕੁ ਹੋਏਗੀ। और घर की मालियत क्या थी? 1 ਕਰੋੜ। 1 करोड़ रुपया और 60-70 हज़ार के एवज। तो फिर क्या, फिर जब उसने ये मुतालबा कर दिया तो फिर क्या हुआ? ਡਬਲ ਸਟੋਰੀ ਸੀ ਨਾ, ਉਹਨੇ ਸੂਦ ਤੇ ਉਹਨੇ ਪਤਾ ਨਹੀਂ ਕਿੰਨੇ ਲੱਖ ਬਣਾਤਾ ਸੂਦ ਕਿ ਤੁਹਾਡਾ ਇੰਨਾ ਬਣ ਗਿਆ। ਉਹਨਾਂ ਨੇ ਕੋਈ ਕਤਲ ਵਗੈਰਾ ਕੀਤਾ ਸੀ, ਉਹਦੀ ਵਿਗਨ ਉਹ ਬੜੀ ਦੇਰ ਗਾਇਬ ਰਿਹਾ ਨੇ। ਉਹਨੇ ਉਹ ਜਦੋਂ ਵਾਪਸ ਆਇਆ ਉਹਨੇ ਕਿਹਾ ਇੰਨੇ ਸੂਦ ਤੁਹਾਡਾ ਬਣ ਗਿਆ ਤੁਹਾਡੇ ਤੇ, ਮੈਂ ਤੁਹਾਡੇ ਕੋਲ ਕਿਸ਼ਤਾਂ ਨਹੀਂ ਲੈ ਸਕਿਆ। ਫਿਰ ਤਾਏ ਰਾਂ ਨੂੰ ਥੋੜੇ ਬਹੁਤੇ ਪੈਸੇ ਦੇਣੇ ਸੀ। ਉਹਨੇ ਕਿਹਾ ਅੱਬੀ ਤੁਸੀਂ ਮਕਾਨ ਖਾਲੀ ਕਰੋ, ਨਹੀਂ ਤੇ ਮੈਂ ਤੁਹਾਡੇ ਨਾਲ ਬੁਰਾ ਪੇਸ਼ ਆਵਾਂਗਾ। ਅੱਬੂ ਹੋਰੀ ਫਿਰ ਰਾਤ ਦਾ ਟਾਈਮ ਸੀ, ਅੱਬੂ ਹੋਰੀ ਚਲੇ ਗਏ ਸੀ ਕਿਤੇ ਬਾਹਰ, ਚਲੇ ਗਏ ਕਿਸੇ ਰਿਸ਼ਤੇਦਾਰ ਤੇ। ਉੱਥੇ ਜਾ ਕੇ ਪਤਾ ਅੱਬੂ ਰਾਂ ਕੀਤਾ, ਅੱਬੂ ਰਾਂ ਨਾ ਮੇਰੀ ਨਿਕਾਹ ਕਰਾਤਾ ਜ਼ਬਰਦਸਤੀ ਜਲਦੀ ਉਹਦੇ 'ਚ ਮਾਮੂ ਦੇ ਬੇਟੇ ਨਾਲ। ਲੇਕਿਨ ਉਹਨੇ ਫਿਰ ਵੀ ਜਾਨ ਨਹੀਂ ਛੱਡੀ। ਉੱਥੇ 2-3 ਮਹੀਨੇ ਰਹੀ ਆ ਉਹਨਾਂ ਦੇ ਨਾਲ। ਉਸ ਤੋਂ ਬਾਅਦ ਕਿ ਨੰਦ ਨੇ ਆਇਆ ਫਿਰ, ਤੇ ਇਹਨੇ ਕਿਹਾ ਨਹੀਂ ਮੇਰੀ ਧੀਆਂ ਬਜਾਏ, ਮੈਂ ਉਦੋਂ ਵੀ ਬਗੈਰਤ ਨਹੀਂ ਸੀ ਹੈਗਾ, ਕੁੜੀ ਝੂਠ ਬੋਲਦੀ ਏ, ਤੁਸੀਂ ਉੱਥੇ ਵਾਪਸ ਚਲੋ। ਕਿੱਥੇ ਦਰਬਦਰ ਧੱਕੇ ਖਾਣ ਦੇ ਵਿੱਚ। ਉੱਥੇ ਗਏ, ਇੱਕ ਕਮਰਾ ਮੇਰਾ ਲੈ ਲਿਆ ਕਿ ਮੈਂ ਲੈ ਲਿਆ। जो घर आप इसको दे चुके थे? ਹਾਂਜੀ, ਉਹਦੇ ਵਿੱਚ ਅਸੀਂ ਕਿਰਾਏਦਾਰ आप अपने घर पे किराएदार बन के आए? अब ਕਿਰਾਏਦਾਰ ਬਣ ਕੇ ਗਏ। ਸਾਨੂੰ ਤੇ ਚਲੋ ਇਹ ਹੀ ਬੜਾ ਸ਼ੌਕ ਸੀ ਕਿ ਸਾਡਾ ਆਪਣਾ ਘਰ ਹੈ, ਅਸੀਂ ਉੱਥੇ ਵੀ ਕਿਰਾਇਆ ਦੇਣਾ ਤੇ ਇੱਥੇ ਵੀ ਦੇਣਾ। ਅਸੀਂ ਵਾਪਸ ਆ ਗਏ। ਇਹਨੇ ਦੇਖਿਆ ਕਿ ਦੋਵੇਂ ਜੀ ਬੜੇ ਆਪਸ 'ਚ ਸਲੂਕ ਨਾਲ ਰਹਿੰਦੇ ਨੇ, ਇਹ ਚੀਜ਼ਾਂ ਤੱਕ ਬਰਦਾਸ਼ਤ ਨਹੀਂ ਹੋਈ। ਇਹ ਮਾਮੂ ਘਰ ਲੈ ਗਿਆ, ਮੇਰੇ ਵੱਡੇ ਮਾਮੂ ਘਰ। ਉੱਥੇ ਜਾ ਕੇ ਮੇਰੇ ਮੀਆਂ ਨੇ ਬੜਾ ਹੀ ਮਾਰਿਆ ਕੁੱਟਿਆ, ਇੰਨਾ ਜ਼ਿਆਦਾ ਮਾਰਿਆ ਕਿ ਵਿਚਾਰੇ ਨੂੰ ਕੋਈ 4 ਬਾਹਾਂ 'ਚ ਫੜ ਕੇ ਲਗਾਇਆ ਨੇ, ਇੰਨਾ ਬੁਰਾ ਹਾਲ ਕੀਤਾ ਹੁੰਦਾ। ਉਸ ਤੋਂ ਬਾਅਦ ਇਹਨੂੰ ਕਿਹਾ ਕਿ ਅਗਰ ਤੁਸੀਂ ਵਾਪਸ ਆਓਗੇ ਨਾ ਕੁੜੀ ਨੂੰ ਲੈਣ, ਤੇ ਮੈਂ ਉਹਨੂੰ ਕਤਲ ਕਰ ਦਾਂਗਾ, ਤੁਹਾਡੇ ਮੁੰਡੇ ਨੂੰ ਮਾਰ ਦਾਂਗਾ, ਤੁਸੀਂ ਕੁੜੀ ਲੈ ਕੇ ਨਹੀਂ ਜਾ ਸਕਦੇ। ਘਰ ਆਇਆ, ਅੱਬੂ ਨੂੰ ਵੀ ਇੰਨਾ ਮਾਰਿਆ, ਮੈਨੂੰ ਹੀ ਮਾਰਿਆ, ਤੇ ਮੈਂ ਤੇ ਇਹਦਾ ਨਾਲ ਨਿਕਾਹ ਕਰਨਾ ਚਾਹੁੰਦਾ ਵਾਂ, ਇਹ ਤੁਹਾਨੂੰ ਪਤਾ ਨਹੀਂ ਹੈ। ਉਹਨੂੰ ਮੈਂ ਮਗਰੋਂ ਲਾਹ ਆਇਆ, ਮੈਂ ਬਦਤਮੀਜ਼ੀ ਕਰਨਾ ਸ਼ੁਰੂ ਕਰਤੀ। ਅੱਬੂ ਦੇ ਕੰਨ ਦਾ ਪਰਦਾ ਪਾੜਤਾ ਇਹਨੇ। ਭਾਈ ਛੋਟੇ ਨੂੰ ਮਾਰਿਆ, 7-8 ਸਾਲ ਦਾ ਮੇਰਾ ਭਾਈ ਸੀ, ਉਹਦੀ ਬਾਜ਼ੂ ਤੋੜ ਦਿੱਤੀ। ਮੈਨੂੰ ਵੀ ਮਾਰਨ ਲੱਗ ਪਿਆ, ਸਿਰਫ ਅੰਮੀ ਨੂੰ ਨਹੀਂ ਮਾਰਿਆ ਉਹਨੇ।
ਉਸ ਤੋਂ ਬਾਅਦ ਕੀ ਆਨੰਦ ਨੇ ਫਿਰ ਅੰਮੀ ਰੀ ਪਰੇਸ਼ਾਨ ਹੋ ਗਈ। ਅੰਮੀ ਕਹਿੰਦੀ ਕਿ ਹੁਣ ਅਸੀਂ ਕਿਤੇ ਮਕਾਨ ਦਾ ਪਤਾ ਕਰਕੇ ਆਨੇ ਆ। ਖਾਲਾ ਆਈ ਸੀ ਮੇਰੀ ਤੇ ਇਹਨੇ ਕਿਹਾ ਅਭੀ ਐਸੇ ਟਾਈਮ ਮੈਂ ਨਿਕਾਹ ਕਰਨਾ ਹੈ। आपके साथ? ਹਾਂਜੀ हालांकि आप पहले से एक निकाह में मौजूद थी ਜੀ, ਬਕਾਇਦਾ ਮੈਂ ਹਾਮਲਾ ਸਾਂ अपने पहले शोर से। ਸੇ ਪਹਿਲੇ ਸੀ। ਤੇ ਅੰਮੀ ਰੀ ਫਿਰ ਸ਼ਾਮ ਦੇ ਟਾਈਮ ਪੁਲਿਸ ਲੈ ਕੇ ਆ ਗਏ। ਉਹਨਾਂ ਨੇ ਕਿਹਾ ਕਿ ਸਾਡੀ ਧੀ ਨੂੰ ਇਹਨੇ ਜ਼ਬਰਦਸਤੀ ਰੱਖਿਆ ਹੈ। ਉਹ ਵੈਸੇ ਹੀ ਤਰੀਕੇ ਨਾਲ ਬਾਹਰ ਗਏ ਨਾ, ਉਹ ਪੁਲਿਸ ਲੈ ਕੇ ਆ ਗਏ। ਤੇ ਇਹ ਜਦੋਂ ਫਿਰ ਥਾਣੇ ਅਸੀਂ ਗਏ ਤੇ ਮੈਨੂੰ ਪਿਸਟਲ ਇਹਨੇ ਵਹਾਇਆ। ਨੇ ਕਿਹਾ ਵੇਖ ਖਾਲਾਂ ਦੇ ਬੱਚੇ ਵੀ ਘਰ ਸਨ, ਮੇਰਾ ਛੋਟਾ ਭਾਈ ਵੀ ਘਰ ਸੀ, ਮੇਰਾ ਖਾਲਾਂ ਦਾ ਬੰਦਾ ਸੀ ਉਹ ਵੀ ਘਰ ਸੀ। ਇਹਨੇ ਇਹਨਾਂ ਨੂੰ ਬੰਦ ਕਰਕੇ ਨਾ ਤੇ ਬਾਹਰ ਤਾਲਾ ਲਾ ਦਿੱਤਾ। ਤੇ ਮੈਨੂੰ ਕਹਿੰਦਾ ਮੈਂ ਅੱਜ ਜਦੋਂ ਉਹਨਾਂ ਨੂੰ ਬਾਹਰ ਕੱਢਾਂਗਾ ਨਾ ਤੇ ਮਾਰ ਕੇ ਕੱਢਾਂਗਾ ਅਗਰ ਤੂੰ ਮੇਰੇ ਖਿਲਾਫ ਇਹ ਤੇ ਬਿਆਨ ਦੇ ਦਿੱਤੇ। ਤੇ ਉਸ ਤੋਂ ਬਾਅਦ ਇਹਨੇ ਮੇਰੇ ਖਾਲਾਂ ਦੇ ਬੱਚੇ ਤੇ ਮੇਰੇ ਭਾਈ ਨੂੰ ਗਵਾਹ ਕਰ ਲਿਆ ਨੇ ਕਿ ਅਗਰ ਬਿਆਨ ਨਹੀਂ ਨਾ ਮੇਰੇ ਵੱਲੇ ਦੇ ਦੇਂਗੀ ਤੇ ਮੈਂ ਉਹਨਾਂ ਨੂੰ ਮਾਰ ਦਾਂਗਾ ਘਰ ਜਾ ਕੇ। ਮੈਂ ਫਿਰ ਉੱਥੇ ਬਿਆਨ ਦੇ ਦਿੱਤੇ। ਮੈਂ ਕਹਿੰਦੀ ਹਾਂ ਮੇਰਾ ਮਾਮੂ ਇਹਨੇ ਮੇਰੇ ਨਾਲ ਅੱਜ ਤੱਕ ਕੋਈ ਗਲਤ ਗੱਲ ਨਹੀਂ ਕੀਤੀ। ਅੰਮੀ ਰੀ ਚਲੇ ਗਈ। ਉਸ ਤੋਂ ਬਾਅਦ ਫਿਰ ਐਮੀ ਨੂੰ ਆਪਣੇ ਘਰ ਲਿਆ ਗਿਆ। अपनी बुढ़ी ने कहता तेरू नौकर ले आती है ये तेरे को। अच्छा, आपको निकाह करके अपने घर लेके गया है तो अपनी पहली बीवी से कहता कि तुम्हें नौकर ला दिए? हाँ जी, तेरू नौकर ले आती है, वाह वाह तेरे को काम गुम करेगी। अपना रिश्ता पहले ਜ਼ਾਰ नहीं उन्हें कराया। बाद थोड़े ਜਿਹੇ ਦਿਨ ਗੁਜ਼ਰੇ ਤੇ ਉਹਨੇ ਕਿਹਾ ਕਿ ਨੰਦ ਨੇ ਆਪਣੇ ਘਰ ਜਾ, ਇੱਥੇ ਕੀ ਕਰਨ ਦੇਈ। ਫਿਰ ਉਹਨੇ ਕਿਹਾ ਮੈਂ ਇਹਦੇ ਨਾਲ ਨਿਕਾਹ ਕੀਤਾ ਹੈ। ਉਹਨੇ ਕਿਹਾ ਉਹ ਕ੍ਰਿਸਚਨ ਹੈ, ਤੂੰ ਮੁਸਲਮਾਨ ਹੈ, ਤੂੰ ਕਿਵੇਂ ਨਿਕਾਹ ਕੀਤਾ। ਕਹਿੰਦਾ ਬਸ ਮੈਂ ਕਰ ਲਿਆ। ਉਸ ਤੋਂ ਬਾਅਦ ਕਿ ਨੰਦ ਨੂੰ ਦੀ ਬੁੱਢੀ ਵੀ ਕਿ ਨੰਦ ਨੇ ਉਹਨੇ ਤੁਹਾਨੂੰ ਪਤਾ ਸੋਕਣਾ ਗੰਜਦੀਆਂ ਹੁੰਦੀਆਂ ਨੇ। ਫਿਰ ਇੰਨਾ ਮਾਰ ਕੁਟਾਈ, ਉਹਦੇ ਬੱਚੇ ਵੀ ਲੜਾਈਆਂ ਝਗੜੇ। ਉਹਦੀ ਬੀਵੀ ਵੀ ਮੈਨੂੰ ਬੜਾ ਮਾਰਦੀ ਰਹੀ ਏ, ਗਲੇ ਦੇ ਉੱਤੇ ਬਹਿ ਕੇ ਗਲਾ ਦਬਾ ਦਿੰਦੀ ਸੀ, ਬੜਾ ਜ਼ਿਆਦਾ ਮਾਰਦੀ ਰਹੀ। ਫਿਰ ਇਹਨੇ ਕਿ ਨੰਦ ਨੇ ਥੋੜੀ ਕੁ ਦੇਰ ਗੁਜ਼ਰੀ ਫਿਰ ਹਮਲ ਹੋ ਗਿਆ, ਯਾਨੀ ਕਿ ਅੱਲਾ ਨੂੰ ਔਲਾਦ ਦੇ ਦਿੱਤੀ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਆਈ ਪਹਿਲੇ ਮਹਿਸੂਸ ਨਹੀਂ ਇਹਨੇ ਕਰਾਇਆ, ਸਹੀ ਰਹਿੰਦਾ ਸੀ। ਬਾਅਦ 'ਚ ਪਤਾ ਨਹੀਂ ਕੀ ਐਸਾ ਮਸਲਾ ਬਣਿਆ। ਇਹਨੇ ਕਿਹਾ ਮੈਂ ਔਲਾਦ ਲੈਣੀ ਹੀ ਨਹੀਂ। ਫਿਰ ਮਾਰ ਕੁਟਾਈ ਪੂਰੀ ਰਾਤ ਮਾਰਦਾ ਸੀ, ਖੁਦ ਬੱਚੇ ਜ਼ਾਇਆ ਕਰਦਾ ਸੀ ਮਾਰ ਕੁਟਾਈ ਕਰਕੇ। मतलब खुद कैसे? ਖੁਦ ਅੰਦਰ ਹੱਥ ਪਾ ਕੇ ਜ਼ਾਇਆ ਕਰਦਾ ਸੀ। ਫਿਰ ਨਲਾਦ ਤੇ ਠੁੱਡੇ ਮਾਰਦਾ ਸੀ, ਸਾਰੀ ਰਾਤ ਮਾਰਦਾ ਸੀ। ਮੁਰਗਾ ਬਣਾ ਕੇ ਰੱਖਦਾ ਸੀ ਕਿ ਮੇਰੀ ਗੱਲ ਨਹੀਂ ਮੰਨਦੀ, ਮੈਂ ਬੱਚੇ ਨਹੀਂ ਲੈਣਾ ਚਾਹੁੰਦਾ। ਫਿਰ ਉੱਥੇ ਸਾਡੇ ਕੋਲ ਕੈਸਰਾ ਕਲੀਨਿਕ ਹੈਗਾ, ਉਹ ਆਪਣੀ ਬੁੱਢੀ ਨੇ ਪੈਸੇ ਦੇ ਕੇ ਮੈਨੂੰ ਉਹਦੇ ਕੋਲ ਭੇਜਦਾ ਸੀ, ਜਾ ਕੇ ਇਹਦੇ ਬੱਚੇ ਜ਼ਾਇਆ ਕਰਾ ਕੇ ਆ। ਤੇ ਬੱਚੇ ਨਹੀਂ ਸੀ ਲੈਣ ਦਿੰਦਾ। ਉਸ ਤੋਂ ਬਾਅਦ ਨਾ ਮਾਂ ਬਾਪ ਨੂੰ ਮਿਲਣ ਦਿੱਤਾ, ਨਾ ਬੱਚੇ ਲੈਣ ਦਿੰਦਾ ਸੀ। ਅੰਮੀ ਅੱਬੂ ਨੂੰ ਕਹਿੰਦਾ ਸੀ ਕਿ ਨਾ ਤੁਹਾਡੀ ਧੀ ਨੂੰ ਮਾਰ ਦਾਂਗਾ। 13 ਸਾਲ ਉਹਨਾਂ ਤੋਂ ਦੂਰ ਰਹੀ। ਅੰਮੀ ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ। ਅੰਮੀ ਜਨਾਹ ਹਸਪੀਟਲ ਦਾਖਲ ਰਹਿਣ। ਤੇ ਮੈਂ ਕਿਹਾ ਕਿ ਮੈਂ ਆਪਣੀ ਅੰਮੀ ਅੱਬੂ ਨੂੰ ਮਿਲਣਾ ਚਾਹੁੰਦੀ ਹਾਂ। ਤੇ ਅੰਮੀ ਅੱਬੂ ਕੋ ਮਿਲਣ ਗਈ ਹਾਂ ਤੇ ਮੈਨੂੰ ਫਿਰ ਭਾਈ ਛੋਟੇ ਨੇ ਫੋਨ ਦਿੱਤਾ। ਮੈਂ ਕਿਹਾ ਭਾਈ ਮੈਨੂੰ ਫੋਨ ਦੇ ਦੇ। ਮੈਂ ਚੋਰੀ ਫੋਨ ਰੱਖਿਆ ਅੰਮੀ ਅੱਬੂ ਨਾਲ ਗੱਲ ਕਰਨ ਲਈ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਨਾਲ ਕੀ ਵਕਤ ਗੁਜ਼ਰਿਆ, ਕੀ ਮੇਰੇ ਨਾਲ ਹੋਇਆ। ਤੇ ਮੇਰੇ ਭਾਈ ਨੇ ਕਿਹਾ ਤੂੰ ਉੱਥੋਂ ਆਈ ਆ, ਮੈਂ ਤੈਨੂੰ ਖੁਦ ਲੈਣ ਆਉਣਾ ਵਾ, ਤੂੰ ਨਹੀਂ ਆਉਣਾ। ਤੇ ਇਹ ਵਜ੍ਹਾ ਕਰਕੇ ਮੈਂ ਆਪਣੇ ਭਾਈ ਦੀ ਖਾਤਰ ਮੈਨੂੰ ਸਪੋਰਟ ਮਿਲੀ। ਪਹਿਲੇ ਕੋਈ ਸਪੋਰਟ ਨਹੀਂ ਸੀ ਹੈ। ਅੱਬੂ ਮੇਰੇ ਇੰਨੇ ਜੋਗੇ ਹੈ ਨਹੀਂ ਸੀ, ਬੁਜ਼ਦਿਲ ਸਨ। ਅਗਰ ਦਲੇਰ ਹੁੰਦੇ ਤੇ ਉਹਨਾਂ ਦੀ ਧੀ ਨੇ ਇੰਜ ਨਾ ਹੁੰਦਾ। लेकिन ਅੱਜ मेरा भरा जवान है, अपने भरा दी भी कहना मैं बाहर रही हूँ। आप जब 13 साल की थी, आपने कोई राह फरार इख्तियार करने की कोशिश की हो कि यार मैं इससे किसी तरह भाग जाऊँ, इसके जो ये चुंगल है, इसकी जो कैद है? सर बड़ी दफ़ा कोशिश की थी। ਜਦੋਂ ਮਾਰਦਾ ਕੁੱਟਦਾ ਸੀ ਨਾ ਤੇ ਦਿਲ ਕਰਦਾ ਸੀ ਇੱਥੋਂ ਭੱਜ ਜਾਵਾਂ। ਅੱਗੋਂ ਅੰਮੀ ਅੱਬੂ ਕੋ ਵੀ ਨਹੀਂ ਸੀ ਐਡਾ ਹੈ ਕਿ ਕੋਈ ਐਡਾ ਸਪੋਰਟ ਨਹੀਂ ਸੀ ਹੈ ਕਿ ਕਿਸੇ ਦੀ ਖਾਤਰ ਯਾਨੀ ਕਿ ਮੈਂ ਜਾਵਾਂਗੀ ਤੇ ਮੈਨੂੰ ਗਈ ਨੂੰ ਕੋਈ ਸੰਭਾਲ ਲੇਗਾ, ਕੋਈ ਸਪੋਰਟ ਨਹੀਂ ਸੀ ਹੈ। ਅਗਰ ਦਿਲ ਕਰਦਾ ਸੀ ਕਿਤੇ ਹੋਰ ਹੀ ਭੱਜ ਕੇ ਚਲੀ ਜਾ ਆਪਣੀ ਜਾਨ ਬਚਾਉਣ ਲਈ। ਤੇ ਜਦੋਂ ਵੀ ਕਿਤੇ ਜਾਂਦਾ ਸੀ ਨਾ ਕਿਸੇ ਘਰ ਛੱਡ ਕੇ ਜਾਂਦਾ ਸੀ ਕੋਈ ਨਾ ਕੋਈ ਮੇਰਾ ਬੋਡੀਗਾਰਡ, ਕਹਿੰਦੇ ਇਹ ਕਿਤੇ ਭੱਜ ਨਾ ਜਾਏ। ਤੇ ਨਾ ਮੇਰੇ ਕੋਲ ਮੋਬਾਈਲ ਸੀ ਜਿਹੜਾ ਮੈਂ ਕਿਸੇ ਨਾਲ ਫੋਨ ਤੇ ਰਾਬਤਾ ਕਰਕੇ ਜਾ ਸਕਦੀ। ਐਸਾ ਕੋਈ ਮਸਲਾ ਨਹੀਂ ਸੀ ਹੈ, ਨਹੀਂ ਤੇ ਕਿੰਦਾ ਦਿਲ ਨਹੀਂ ਕਰਦਾ ਆਪਣੀ ਸਕੂਨ ਦੀ ਜ਼ਿੰਦਗੀ ਬਸਰ ਕਰਨ ਤੇ। नाज़िया, 13 साल कैसे गुजरे? बड़े बुरे गुजरे ने सर। जुल्म करता था? ਬਹੁਤ ਜ਼ਿਆਦਾ। ਪੂਰੀ ਰਾਤ ਮਾਰਦਾ ਹੁੰਦਾ ਸੀ। ਸਾਰਾ ਦਿਹਾੜੀ ਕੰਮ ਕਰਦੇ ਰਹਿੰਦਾ ਸੀ ਨੌਕਰਾਂ ਵਾਂਗੂ। ਤੇ ਜਦੋਂ ਰਾਤ ਹੁੰਦੀ ਸੀ ਤੇ ਲੈ ਕੇ ਕੋਈ ਨਾ ਕੋਈ ਹਿਸਟਰੀ ਬਹਿ ਜਾਂਦਾ ਸੀ, ਤੇਰਾ ਮਾਂ ਪਿਓ ਇਹ ਉਹ ਮੇਰੇ ਅੱਬੂ ਨੂੰ ਜ਼ਬਰਦਸਤੀ ਮੁਸਲਮਾਨ ਕਰਾਉਣਾ ਚਾਹੁੰਦਾ ਸੀ, ਉਹ ਨਹੀਂ ਸੀ ਹੋਣਾ ਚਾਹੁੰਦੇ। आपकी फैमिली को भी ज़बरदस्ती मुसलमान करना चाहता था? ਹਾਂਜੀ। फिर आपकी फैमिली हुई? ਮਜਬੂਰੀ ਇਹਨੂੰ ਪਤਾ ਨਹੀਂ ਅੰਮੀ ਅੱਬੂ ਨੂੰ ਲੱਗਿਆ ਇਹਨੇ ਕਾਗਜ਼ ਬਣਵਾ ਦਿੱਤੇ। ਇਹਨਾਂ ਨੇ ਕੋਈ ਕਲਮਾ ਨਹੀਂ ਪੜਿਆ, ਕੋਈ ਅੱਜ ਤੱਕ ਮੁਸਲਮਾਨ ਦੀ ਨਮਾਜ਼ ਨਹੀਂ ਪੜ੍ਹੀ, ਉਹਨਾਂ ਨੂੰ ਪਤਾ ਵੀ ਨਹੀਂ। ਲੇਕਿਨ ਇਹਨੇ ਕਾਗਜ਼ ਜਾਲੀ ਬਣਵਾਏ हैं। ये मुसलमान है? हाँ जी, लेकिन वो है नहीं। आपको भी इन्होंने ज़बरदस्ती मुसलमान किया, ऐसा ही है? हाँ जी तो अब आप मुसलमान हैं, क्रिश्चियन हैं, अब आप क्या हैं? सर इस टाइम तो मुसलमान हाँ, लेकिन अपनी फैमिली च जाना चाहनी हाँ, अपने रिश्तेदारों च, क्योंकि मैं भी हुण क्रिश्चियन होना चाहनी। आप मतलब कि अंदर से क्रिश्चियन है, आप चाहती हैं कि मैं अपनी फैमिली के साथ एज अ क्रिश्चियन अपनी लाइफ कंटिन्यू करूं? सर चाहनी हाँ, लेकिन इस टाइम मुस्लिम हाँ।
आप इसलिए मुस्लिम। हाँ जी, लेकिन पूरे ईमानदारी ना मुसलमान होकर रही हैं। अब आपकी लाइफ में किस तरह से वो हर्डल क्रिएट कर रहा है, किस तरह से आपको डरा धमका रहा है? ਸਰ ਇਹ ਹੀ ਕਹਿੰਦਾ ਕਿ ਵਾਪਸ ਆ ਜਾਵੇ, ਮੈਂ ਤੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਤੇ ਮੈਂ ਵਾਪਸ ਜਾਣਾ ਨਹੀਂ ਚਾਹੁੰਦੀ, ਮੈਂ ਆਪਣੀ ਫੈਮਿਲੀ 'ਚ ਰਹਿਣਾ ਚਾਹੁੰਦੀ। ਤੇ ਇਹ ਕਹਿੰਦਾ ਮੈਂ ਇੱਥੇ 2 ਬੰਦੇ ਘਲਾਵਾਂਗਾ ਹੁੰਡੇ ਤੇ ਤੁਹਾਨੂੰ ਮਾਰ ਕੇ ਆ ਜਾਣਗੇ, ਕੁੱਤੇ ਜਿੰਨਾ ਤੁਹਾਡਾ ਮੁੱਲ ਨਹੀਂ ਪੈਣਾ। ਤਾਂ ਇਹ ਵੀ ਧਮਕੀਆਂ ਦੇ ਰਿਹਾ। ਮੈਂ ਇਹ ਚਾਹੁੰਦੀ ਹਾਂ ਕਿ ਇਹਨੂੰ ਸਜ਼ਾ ਮਿਲੇ, ਜੋ ਕੁਛ ਇਹਨੇ ਮੇਰੇ ਨਾਲ ਕੀਤਾ ਹੈ ਨਾ, ਕੋਈ ਗਾਂ ਧੀ ਭੈਣ ਨਾਲ ਇੰਜ ਨਾ ਹੋਏ। जी तो नाजरीन, ये थी नाजिया, जिनका कहना ये था कि वो दरिंदा सिर्फ जो शख्स था, ये सिर्फ 13 साल की थी जब उस शख्स ने इनको ज़बरदस्ती मुसलमान करके अपने निकाह में लिया। और अगर उसने ज़बरदस्ती मुसलमान करके निकाह में लिया भी था तो उसने इनको इज़्ज़त नहीं दी। अपनी पहली बीवी को जाए कहता कि मैं तुम्हें नौकरानी ला कर दे दिया। और इन्होंने बताया कि 13 साल बहुत तशद्दुद करता रहा, तरह तरह से इनको टॉर्चर करता रहा और बता रही थी कि वो चाहता था कि उसकी नस्ल आगे ना बढ़े। और मैं कहता हूँ कि ये उसका अच्छा फ़ैसला था कि इस तरह के जानवर की आगे नस्ल नहीं बढ़नी चाहिए। लेकिन जिस तरह से वो इनके बच्चे मारता रहा, वो एक बड़ी दर्दनाक कहानी थी। आपने इनकी कहानी सुनी, अपनी राय से कमेंट सेक्शन में ज़रूर आगाह कीजिएगा।